हिंसा के परछावे हेठ पंजाब विच भरवीं वोटिंग हुई। स्थानक चोणां दौरान 71.9% वोटिंग दर्ज की गई। मानसा जिले विच सब तो वध 82.99 जबकि मोहाली विच सब तो घट 60.08% वोटिंग हुई। 9,222 उम्मीदवारों की किस्मत ईवीएम विच कैद हुई है। भारी सुरक्षा हेठ स्ट्रांग रूम विच ईवीएम मशीनां रखियां गईयां ने। 17 फरवरी नूं नतीजे आउणगे। 17 फरवरी नूं सूबे विच शराब की विक्री ते पाबंदी रहेगी। तां 14 फरवरी का दिन पंजाब दे विच खास रहा। हिंसा के परछावे हेठ पंजाब विच भरवीं वोटिंग हुई। स्थानक सरकारां चोणां नूं लैके स्थानक चोणां दौरान 71.39% वोटिंग दर्ज की गई। मानसा जिले विच सब तो वध 82.99 जबकि मोहाली विच सब तो घट 60.08% वोटिंग दर्ज हुई है। 9,222 उम्मीदवारों की किस्मत ईवीएम विच कैद हुई है। भारी सुरक्षा हेठ स्ट्रांग रूम विच ईवीएम मशीनां रखियां गईयां ने ते 17 फरवरी नूं काउंटिंग होवेगी। नतीजे ऐलाने जाणगे। 17 फरवरी नूं सूबे विच शराब की विक्री ते पाबंदी रहेगी। ਤਾਂ 17 फरवरी ਨੂੰ ਨਤੀਜੇ ਐਲਾਨੇ ਜਾਣਗੇ। ਇਸ ਤੋਂ ਪਹਿਲਾਂ ਕੱਲ ਸਥਾਨਕ ਸਰਕਾਰਾਂ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਵੋਟਿੰਗ ਹੋਈ ਹੈ। 9,222 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਕੈਦ ਹੋਈ ਹੈ। ਭਾਰੀ ਸੁਰੱਖਿਆ ਹੇਠ ਸਟਰੋਂਗ ਰੂਮ ਵਿੱਚ ਈਵੀਐਮ ਮਸ਼ੀਨਾਂ ਰੱਖੀਆਂ ਗਈਆਂ ਨੇ। ਹਾਲਾਂਕਿ ਇਸ ਦੌਰਾਨ ਕਈ ਥਾਵਾਂ ਤੇ ਹਿੰਸਕ ਝੜਪਾਂ ਦੀ ਤਸਵੀਰਾਂ ਵੀ ਸਾਹਮਣੇ ਆਈਆਂ, ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ। ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਦੀ ਗੁੰਡਾਗਰਦੀ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ। इस तरह के नाल जिस तरह के नाल कल वोटिंग पंजाब दे विच स्थानक चोणां नूं लैके मुकम्मल हुई है तां 71.39% वोटिंग दर्ज की गई है। मानसा जिले विच सब तो वध 82.99% जबकि मोहाली विच सब तो घट 60.08% वोटिंग दर्ज की गई है। 9,222 उम्मीदवारों की किस्मत का फैसला जनता ने कर दिता है, जो कि ईवीएम विच कैद हो चुका है। भारी सुरक्षा हेठ स्ट्रांग रूम विच ईवीएम मशीनां रखियां गईयां ने। हुण 17 फरवरी नूं नतीजे ऐलाने जाणगे। काउंटिंग 9 बजे शुरू होवेगी। 17 फरवरी नूं नतीजे आउणगे तां 17 फरवरी नूं सूबे विच शराब की विक्री ते भी पाबंदी रहेगी। ਹੁਣ ਈਵੀਐਮ ਮਸ਼ੀਨਾਂ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਜਿਹੜੀ ਹੈਗੀ ਆ ਉਹ ਕੈਦ ਹੋ ਕੇ ਰਹਿ ਗਈ ਆ। ਅਸੀਂ ਇੱਥੇ ਖੜੇ ਆ ਐਮਐਲਐਮ ਸਕੂਲ ਫਿਰੋਜ਼ਪੁਰ ਦੇ ਵਿੱਚ, ਜਿੱਥੇ ਸਟਰੋਂਗ ਰੂਮ ਜਿਹੜੇ ਬਣਾਏ ਗਏ ਨੇ ਉਹਨਾਂ ਨੂੰ ਬਾਹਰੋਂ ਜਿਹੜਾ ਸੀਲ ਕਰ ਦਿੱਤਾ ਗਿਆ ਤਾਂ ਜੋ ਕਿਸੇ ਵੀ ਕੋਈ ਵੀ ਸ਼ਰਾਰਤੀ ਅੰਸਰ ਜਾਂ ਕਿਸੇ ਵੀ ਕੋਈ ਆਸ਼ੰਕਾ ਜਿਹੜੀ ਆ ਉਮੀਦਵਾਰਾਂ ਦੇ ਮਨ ਦੇ ਵਿੱਚ ਨਾ ਰਵੇ। ਇਸ ਤਰ੍ਹਾਂ ਜਿਹੜੀ ਹੈਗੀ ਆ ਸਿਕਿਉਰਿਟੀ ਦੇ ਇੰਤਜ਼ਾਮ ਜਿਹੜੇ ਆ ਪੁਲਿਸ ਪ੍ਰਸ਼ਾਸਨ ਵੱਲੋਂ ਕਰ ਦਿੱਤੇ ਗਏ ਨੇ। ਤੁਸੀਂ ਦੇਖ ਸਕਦੇ ਹੋ ਕਿ ਕੋਈ ਸਖਤ ਪਹਿਰੇ ਹੇਠ ਜਿਹੜੀਆਂ ਹੈਗੀਆਂ ਮਸ਼ੀਨਾਂ ਜਿਹੜੀਆਂ ਉਹ ਰੱਖੀਆਂ ਗਈਆਂ। ਸਟਰੋਂਗ ਰੂਮ ਬਾਹਰੋਂ ਸੀਲ ਕਰ ਦਿੱਤਾ ਗਿਆ। 45 ਦੇ ਕਰੀਬ ਜਿਹੜੀ ਗਾਰਡ ਜਿਹੜੀ ਹੈਗੀ ਇੱਥੇ ਲਗਾ ਦਿੱਤੀ ਗਈ ਹੈ। ਪੈਟਰੋਲਿੰਗ ਪਾਰਟੀਆਂ ਨੂੰ ਵੀ ਲਗਾਇਆ ਗਿਆ ਤੇ ਛੱਤਾਂ ਦੇ ਉੱਪਰ ਵੀ ਜਿਹੜੇ ਆ ਸਿਕਿਉਰਿਟੀ ਗਾਰਡ ਜਿਹੜੇ ਹੈਗੇ ਆ ਉਹ ਤੈਨਾਤ ਕਰ ਦਿੱਤੇ ਗਏ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਆਸ਼ੰਕਾ ਜਿਹੜੀ ਹੈਗੀ ਆ ਉਹ ਉਮੀਦਵਾਰਾਂ ਦੇ ਮਨਾਂ ਦੇ ਵਿੱਚ ਨਾ ਰਵੇ। ਹੇਰ ਫੇਰ ਨੂੰ ਲੈ ਕੇ ਪੁਲਿਸ ਅਧਿਕਾਰੀ ਨੇ ਦੱਸਿਆ ਵੀ ਉਹਨਾਂ ਦਾ ਕਹਿਣਾ ਹੈਗਾ ਵੀ ਜਿਸ ਤਰ੍ਹਾਂ ਸਿਵਲ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਈਵੀਐਮ ਮਸ਼ੀਨਾਂ ਉਹਨਾਂ ਦੇ ਹੈਂਡਓਵਰ ਕੀਤੀਆਂ ਗਈਆਂ। 17 ਤਰੀਕ ਨੂੰ ਜਿਸ ਦਿਨ ਗਿਣਤੀ ਵਾਲਾ ਦਿਨ ਹੈਗਾ, ਉਸੇ ਦਿਨ ਗਿਣਤੀ ਵਾਲੇ ਦਿਨ ਹੀ ਉਸੇ ਤਰ੍ਹਾਂ ਦੀ ਮਸ਼ੀਨਾਂ ਹਾਲਾਤਾਂ ਦੇ ਵਿੱਚ ਉਮੀਦਵਾਰਾਂ ਨੂੰ ਦਿੱਤੀਆਂ ਜਾਣਗੀਆਂ ਤਾਂ ਜੋ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਵੀ ਸ਼ੱਕ ਜਿਹੜਾ ਉਹ ਨਾ ਰਹਿ ਸਕੇ। ਸੀਲ ਪੂਰੇ ਰੂਮ ਨੂੰ ਜਿਹੜਾ ਹੈਗਾ ਉਹ ਕਰ ਦਿੱਤੇ ਗਏ ਨੇ। ਮਸ਼ੀਨਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਨੇ। ਸਾਈਨ ਕਰਾ ਕੇ ਉਮੀਦਵਾਰਾਂ ਨੂੰ ਅਸ਼ਵਸਤ ਕਰਕੇ ਜਿਹੜਾ ਇੱਥੋਂ ਭੇਜਿਆ ਗਿਆ। ਹੁਣ ਇਹ ਜਿਹੜੀਆਂ ਮਸ਼ੀਨਾਂ ਹੈਗੀਆਂ ਸਖਤ ਪੁਲਿਸ ਦੇ ਪਹਿਰੇ ਹੇਠ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਨੇ ਤੇ ਵਿਸ਼ਵਾਸ ਦਿਵਾਇਆ ਗਿਆ ਵੀ ਇੱਥੇ ਕਿਸੇ ਵੀ ਤਰ੍ਹਾਂ ਜਿਹੜੀਆਂ ਮਸ਼ੀਨਾਂ ਜਾਂ ਸਟਰੋਂਗ ਰੂਮ ਦੇ ਨੇੜੇ ਤੇੜੇ ਵੀ ਕਿਸੇ ਵੀ ਕੋਈ ਸਿਆਸੀ ਪਾਰਟੀ ਦਾ ਨੁਮਾਇੰਦਾ ਤੇ ਜਾਂ ਕੋਈ ਵਰਕਰ ਜਾਂ ਕੋਈ ਆਗੂ ਜਿਹੜਾ ਉਹ ਇੱਥੇ ਨਹੀਂ ਆ ਸਕਦਾ। ਤੇ ਸਿਰਫ 17 ਤਰੀਕ ਵਾਲੇ ਦਿਨ ਹੀ ਜਿਹੜੇ ਹੈਗੇ ਆ ਇਹ ਜਿਹੜੇ ਸਟਰੋਂਗ ਰੂਮ ਦੇ ਵਿੱਚੋਂ ਮਸ਼ੀਨਾਂ ਬਾਹਰ ਨਿਕਲਣਗੀਆਂ ਤੇ ਗਿਣਤੀ ਜਿਹੜੇ ਹੈਗੇ ਜਿੱਥੇ ਗਿਣਤੀ ਹੋਣੀ ਹੈ ਉੱਥੇ ਉਹ ਪਹੁੰਚਾਈਆਂ ਜਾਣਗੀਆਂ ਤਾਂ ਕਿ ਜਿਹੜੇ ਉਮੀਦਵਾਰਾਂ ਦੀ किस्मत का फैसला लोगों ने जनता ने जरा किया वो उत्थे जरा उन्हें पता लग सकेगा भी आखिर हर सियासी पार्टियां के उम्मीदवार दावे करते पे अपनी जित दे, लेकिन ये ऊट किस करवट बैठता है ये 17 तरीक नूं जरा वो पता लगेगा। कैमरामैन मिंदर दे नाल सरबजीत सिंह, PTC न्यूज़ फिरोजपुर। ਤਾਂ ਸਥਾਨਕ ਚੋਣਾਂ ਦੌਰਾਨ 71.9% ਵੋਟਿੰਗ ਦਰਜ ਕੀਤੀ ਗਈ ਹੈ। ਹਾਲਾਂਕਿ ਕਈ ਥਾਵਾਂ ਤੇ ਝੜਪ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ, ਪਰ ਇਸ ਵਿਚਕਾਰ ਹੁਣ ਵੋਟਿੰਗ ਮੁਕੰਮਲ ਹੋ ਚੁੱਕੀ ਹੈ ਤੇ ਇੰਤਜ਼ਾਰ ਨਤੀਜੇ ਦਾ ਕੀਤਾ ਜਾ ਰਿਹਾ ਹੈ, ਜੋ ਕਿ 17 ਫਰਵਰੀ ਨੂੰ ਐਲਾਨੇ ਜਾਣਗੇ। 9,222 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਕੈਦ ਹੋ ਚੁੱਕੀ ਹੈ। ਚੰਡੀਗੜ੍ਹ ਤੋਂ ਮੇਰੇ ਨਾਲ
ਅਮਨਪ੍ਰੀਤ ਕੌਰ ਜੁੜ ਚੁੱਕੇ ਨੇ। ਤਾਂ ਅਮਨ, ਜਿਸ ਤਰ੍ਹਾਂ ਦੇ ਨਾਲ ਕੱਲ VOTING ਮੁਕੰਮਲ ਹੋਈ ਹੈ, ਹਾਲਾਂਕਿ ਮੁਹਾਲੀ ਵਿੱਚ ਸਭ ਤੋਂ ਘੱਟ VOTING ਦਰਜ ਕੀਤੀ ਗਈ ਹੈ, ਕਈ ਥਾਵਾਂ ਤੇ ਹਿੰਸਕ ਝੜਪਾਂ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਹੁਣ ਇੰਤਜ਼ਾਰ 17 ਫਰਵਰੀ ਦਾ ਕੀਤਾ ਜਾ ਰਿਹਾ ਜਦੋਂ ਨਤੀਜੇ ਐਲਾਨੇ ਜਾਣਗੇ। जी हाँ बिल्कुल, जिस तरीके दे नाल कल ਜਿਹੜੇ ਪੂਰੇ ਪੰਜਾਬ ਭਰ ਵਿੱਚ ਵੱਖ-ਵੱਖ ਸੂਬਿਆਂ ਵਿੱਚ ਜਿਹੜੀ ਚੋਣਾਂ ਹੋਈਆਂ ਹੈ, ਕਈ ਹਿੰਸਕ ਝਪੜਾਂ ਵੀ ਜਿਹੜੇ ਸਾਹਮਣੇ ਨਿਕਲ ਕੇ ਆਈਆਂ ਹੈ, ਕਈ ਥਾਵਾਂ ਦੇ ਉੱਪਰ ਕਈ ਬਹੁਤ ਜ਼ਿਆਦਾ ਜਿਹੜੀ ਧੱਕਾਸ਼ਾਹੀ ਵੀ ਦੇਖਣ ਨੂੰ ਮਿਲੀ ਹੈ। ਅਗਰ ਮੁਹਾਲੀ ਦੀ ਗੱਲ ਕੀਤੀ ਜਾਵੇ ਤਾਂ ਮੁਹਾਲੀ ਵਿਖੇ ਦੋ ਜਿਹੜੇ ਕਿ ਇਹਨਾਂ ਨੇ ਸੈਂਟਰਸ ਬਣਾਏ ਜਿੱਥੇ ਕਾਊਂਟਿੰਗ ਕੀਤੀ ਜਾਏਗੀ। ਇੱਕ ਮੇਰੇ ਪਿੱਛੇ ਜਿਹੜਾ ਮੰਡੀ ਬੋਰਡ ਹੈ ਇੱਥੇ ਬਣਾਇਆ ਗਿਆ ਹੈ, ਇੱਕ ਸਪੋਰਟਸ ਕੰਪਲੈਕਸ ਬਣਾਇਆ ਗਿਆ ਹੈ ਔਰ ਜਿਹੜੇ ਕਿ ਵਾਰਡਸ ਬਣਨੇ ਗਏ ਨੇ ਕਿ 1 ਤੋਂ ਲੈ ਕੇ 25 ਤੱਕ ਦੇ ਜਿਹੜੇ ਕਿ ਉੱਥੇ ਕਾਊਂਟਿੰਗ ਕੀਤੀ ਜਾਏਗੀ, 25 ਤੋਂ ਲੈ ਕੇ ਜਿਹੜੇ 26 ਤੋਂ ਲੈ ਕੇ अगले ਜਿਹੜੇ ਵਾਰਡ ਤੱਕ ਦੀ ਕਾਊਂਟਿੰਗ ਇਸ ਜਿਹੜੀ ਥਾਂ ਸੇ ਮੰਡੀ ਵਾਰਡ ਵਿਖੇ ਖੜੇ ਹਾਂ 11 ਫੇਸ ਇੱਥੇ ਕੀਤੀ ਜਾਏਗੀ। ਸਿਕਿਉਰਿਟੀ ਪੂਰੀ ਜਿਹੜੀ ਕਿ ਪੁਖਤਾ ਕਰ ਦਿੱਤੀ ਗਈ ਹੈ ਕਿਸੇ ਵੀ ਤਰੀਕੇ ਦਾ, ਕਿਉਂਕਿ ਇਹ ਬੜਾ ਇਨਸ਼ੋਰ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਜਿਸ ਤਰੀਕੇ ਦੇ ਨਾਲ ਪਿਛਲੇ ਦੌਰਾਨ ਜਿਹੜੀ ਹਿੰਸਕ ਝੜਪਾਂ ਦੇਖਣ ਨੂੰ ਮਿਲੀਆਂ ਹੈ ਔਰ ਕੱਲ ਵੀ ਕਈ ਥਾਵਾਂ ਦੇ ਉੱਪਰ ਹੋਏ ਤਾਂ ਕਿਸੇ ਵੀ ਤਰੀਕੇ ਦੀ ਕੋਈ ਵੀ ਨਿਗਲੈਂਸੀ ਕੋਈ ਚੀਜ਼ ਅਜਿਹੀ ਨਾ ਰਹਿ ਜਾਏ ਕਿਉਂਕਿ ਸਵਾਲੀਆ ਨਿਸ਼ਾਨ ਖੜੇ ਹੋ ਜਾਣ। ਸੋ ਕਿਉਂਕਿ ਸਭ ਦੀ ਕਿਸਮਤ EVM ਦੇ ਵਿੱਚ ਤੈਅ ਹੋ ਚੁੱਕੀ ਹੈ, ਇੱਥੇ ਬੰਦ ਪਈ ਹੈ। 17 ਨੂੰ ਤਕਰੀਬਨ 9 ਵਜੇ ਦੇ ਕਰੀਬ ਇੱਥੇ ਜਿਹੜੀ ਕਾਊਂਟਿੰਗ शुरू की जाएगी। उस तो बाद पता लग सकेगा कि आखिर बाजी किसने मारी है, कौन जितया है, किसने जिहड़ी कि जनता ने किसनू जिहड़ा अपना मेयर चुनिया है या किसनू अपना MC चुनिया है। सो पूरी तस्वीर तुहाडे सामने है। इत्थे ही स्ट्रॉन्ग रूम बनाया गया है, जिट सिक्योरिटी भी इत्थे लगाई गई। हालांकि उत्थे जाण दे लई साफ तौर ते मना किया गया है, किसी नू भी अंदर नहीं जाण दिता जा रहा है। पुलिस सिक्योरिटी तकरीबन ਜਿਹੜੇ ਅਧਿਕਾਰੀਆਂ ਦੀ ਕੱਲ ਡਿਊਟੀ ਇੱਥੇ ਲਗਾਈ ਗਈ ਸੀ ਉਹਨਾਂ ਨੂੰ ਹੀ ਇੱਥੇ ਤੈਨਾਤ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਨਾਲ ਤੁਰੰਤ ਤੌਰ ਦੇ ਉੱਪਰ ਜੈਟ ਸਿਕਿਉਰਿਟੀ ਵੀ, ਕਿਉਂਕਿ ਇਹ ਮੰਗ ਬਾਰ-ਬਾਰ ਇਹ ਕੀਤੀ ਜਾਂਦੀ ਕਿ ਕਿਸੇ ਵੀ ਤਰੀਕੇ ਦੀ ਕੋਈ ਛੇੜਖਾਨੀ ਨਾ ਹੋਵੇ, ਇਸ ਨੂੰ ਦੇਖਦੇ ਹੋਏ ਇਹ ਚੀਜ਼ ਇਹਨਾਂ ਨੇ ਕੱਲ ਰਾਤ ਨੂੰ ਹੀ ਜਿਹੜੀ ਕਰ ਦਿੱਤੀ ਗਈ ਸੀ। ਇਸ ਵੇਲੇ ਵੀ ਹੁਣ ਅਧਿਕਾਰੀ ਜਿਹੜੇ ਪੁਲਿਸ ਅਧਿਕਾਰੀ ਜਿਨ੍ਹਾਂ ਦੀ ਡਿਊਟੀਆਂ ਲਗਾਈ ਜਾ ਰਹੀ ਹੈ ਇੱਥੇ ਪਹੁੰਚ ਰਹੇ ਨੇ ਔਰ ਹਾਲਾਂਕਿ ਕੋਈ ਆਫੀਸ਼ੀਅਲ ਬੋਲਣ ਨੂੰ ਤਿਆਰ ਨਹੀਂ ਹੈ ਔਰ ਉੱਥੇ ਜਾਣ ਵੀ ਨਹੀਂ ਦਿੱਤਾ ਜਾ ਰਿਹਾ ਹੈ ਔਰ ਲੇਕਿਨ ਇਹ ਇਨਸ਼ੋਰ ਕੀਤਾ ਗਿਆ ਹੈ ਕਿ ਕੋਈ ਵੀ ਅੰਦਰ ਨਾ ਜਾ ਸਕਦਾ ਹੈ, ਕਿਸੇ ਵੀ ਤਰੀਕੇ ਦੀ ਕੋਈ ਘਪਲਾ नहीं होएगा। ਜਿਹੜੀ EVM है 17 ਨੂੰ यानी कि जिस दिन काउंटिंग की जानी है उस दिन तकरीबन 9 बजे ਦੇ ਸ਼ੁਰੂ ਕੀਤੀ ਜਾਏਗੀ। ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਿਰ ਕਿਸ ਨੇ ਜਿਹੜੀ ਬਾਜ਼ੀ ਮਾਰੀ ਹੈ, ਜਨਤਾ ਨੇ ਕਿਸ ਦਾ यानी ਕਿਹਾ ਜਾ ਸਕਦਾ ਹੈ ਜਨਤਾ ਦਾ ਦਿਲ ਕਿਸ ਦੇ ਉੱਪਰ ਆਇਆ, ਕਿਸਨੇ ਜਿੱਤਿਆ ਹੈ ਔਰ ਕਿਉਂਕਿ ਵਿਕਾਸ ਦੀ ਗੱਲ ਕੀਤੀ ਗਈ ਸੀ ਕਿ ਅਗਰ ਜਿਸਨੇ ਵਿਕਾਸ ਕੀਤਾ ਹੈ। ਪਰ ਇਸ ਵਿਚਕਾਰ ਜੋ ਤਸਵੀਰਾਂ ਕੱਲ ਹਿੰਸਕ ਝੜਪਾਂ ਦੀਆਂ ਵੀ ਸਾਹਮਣੇ ਆਈਆਂ ਉਸ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਤੇ ਇਲਜ਼ਾਮ ਲਗਾਇਆ ਜਾ ਰਿਹਾ ਕਿ ਗੁੰਡਾਗਰਦੀ ਕਾਂਗਰਸ ਵੱਲੋਂ ਕੀਤੀ ਗਈ ਹੈ, ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਹੈ ਜੋ ਕਿ ਸ਼ਰਮਸਾਰ ਕਰਦੀਆਂ ਨੇ ਇਹ ਤਸਵੀਰਾਂ। जी हाँ बिल्कुल, जिस तरीके दे नाल इस तो जदों भी 14 ਨੂੰ जिस तरीके नाल कल ਜਿਹੜੀ ਕਿ VOTING ਹੋਈ ਇਸ ਤੋਂ ਇੱਕ ਦਿਨ ਪਹਿਲਾਂ ਵੀ ਕਾਂਗਰਸ ਦੀ ਧੱਕਾਸ਼ਾਹੀ ਕਈ ਥਾਵਾਂ ਦੇ ਉੱਪਰ ਦੇਖਣ ਨੂੰ ਮਿਲੀ, ਕਈ ਥਾਵਾਂ ਦੇ ਉੱਪਰ ਗੋਲੀ ਤੱਕ ਵੀ ਚਲਾਈ ਗਈ, ਕੁੱਟਮਾਰ ਵੀ ਕੀਤੀ ਗਈ, ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਵੀ ਗੱਡੀਆਂ ਤੋੜੀਆਂ ਗਈਆਂ। ਯਾਨੀ ਕਿ ਅਸੀਂ ਕੱਲ ਵੀ ਕੁਝ ਅਜਿਹੀ ਡੇਰਾਬੱਸੀ ਔਰ ਜ਼ੀਰਕਪੁਰ ਵਿੱਚ ਕੁਝ ਤਸਵੀਰਾਂ ਅਜਿਹੀਆਂ ਵੀ ਅਸੀਂ ਕਿ ਕਾਂਗਰਸੀ ਜਿਹੜੇ ਵਰਕਰ ਸੀ ਉਹ ਲੋਕਾਂ ਨੂੰ ਇਹ ਗੱਲ ਬੋਲ ਕੇ ਉਹਨਾਂ ਨੂੰ ਸਮਝਾ ਕੇ ਕਿ ਵੋਟ ਸਿਰਫ ਕਾਂਗਰਸ ਨੂੰ ਹੀ ਪਾਣੀ ਹੈ, ਇਹ ਚੀਜ਼ਾਂ ਵੀ ਦੇਖਣ ਨੂੰ ਮਿਲਿਆ। ਸੋ ਕਈ ਜ਼ਿਆਦਾ ਜਿਹੜੇ ਸਵਾਲ ਖੜੇ ਕਰਦੇ ਨੇ ਕਿ ਅਗਰ ਇਸ ਤਰੀਕੇ ਦੇ ਨਾਲ ਅਗਰ ਧੱਕਾਸ਼ਾਹੀ ਕੀਤੀ ਜਾਏਗੀ ਫ੍ਰੀ ਐਂਡ ਫੇਅਰ ਇਲੈਕਸ਼ਨਸ ਨੂੰ ਲੈ ਕੇ ਫਿਰ ਸਵਾਲ ਖੜੇ ਹੁੰਦੇ ਨੇ। ਲੇਕਿਨ ਫਿਰ ਵੀ ਬਾਵਜੂਦ ਵੀ ਲੋਕਾਂ ਦੀ ਹੁਣ ਇੱਕ ਸਮਝ ਬਣ ਜਾਂਦੀ ਹੈ ਕਿ ਬੇਸ਼ੱਕ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ, ਧੱਕਾਸ਼ਾਹੀ ਕੀਤੀ ਗਈ, ਲੇਕਿਨ ਵੋਟ ਸਹੀ ਨੂੰ ਹੀ ਪਾਣੀ ਚਾਹੀਦੀ ਹੈ। ਬਹੁਤ ਜ਼ਰੂਰੀ ਔਰ ਅਹਿਮ ਹੋ ਜਾਂਦਾ ਹੈ ਕਿ ਸਹੀ ਜਿਹੜਾ ਕਿ ਤੁਹਾਡੇ ਲਈ ਕੰਮ ਕਰਦਾ ਹੈ ਉਸ ਪਾਰਟੀ ਨੂੰ ਵੋਟ ਦਿੱਤੀ ਜਾਵੇ। ਔਰ ਕਈ ਜਿਹੜੀ ਹਿੰਸਕ ਔਰ ਜ਼ੀਰਕਪੁਰ ਵਿੱਚ ਤਾਂ ਇੱਕ ਅਜਿਹੀ ਜਿਹੜੀ ਤਸਵੀਰ ਸਾਹਮਣੇ ਆਈ ਸੀ ਕਿ ਇੰਨੀ ਕੁ ਜ਼ਿਆਦਾ ਲੜਾਈ ਹੋ ਗਈ ਕਿ ਕਾਂਗਰਸੀ ਭਾਜਪਾ ਦੇ ਬੂਥ ਤੇ ਪਹੁੰਚ ਕੇ ਬੂਥ ਨੂੰ ਤੋੜ ਦਿੱਤਾ ਗਿਆ। ਲੇਕਿਨ ਪੁਲਿਸ ਨੇ ਮੁਸਤੈਦੀ ਜ਼ਰੂਰ ਦਿਖਾਈ, ਲੇਕਿਨ ਕਈ ਥਾਵਾਂ ਦੇ ਉੱਪਰ ਪੁਲਿਸ ਦੀ ਵੀ ਕੁਝ ਖਾਸ ਮੁਸਤੈਦੀ ਨਹੀਂ ਸੀ। ਲੇਕਿਨ ਕੋਸ਼ਿਸ਼ ਇਹ ਕੀਤੀ ਗਈ ਸੀ ਕਿ ਸ਼ਾਂਤਮਈ ਔਰ ਇੱਕ ਪੀਸਫੁਲੀ ਜਿਹੜੇ ਇਲੈਕਸ਼ਨਸ ਹੋਣ। ਲੇਕਿਨ ਜਿਹੜੀ ਤਸਵੀਰਾਂ ਸਾਹਮਣੇ ਆਈਆਂ ਉਹ ਬਹੁਤ ਸਵਾਲੀ ਨਿਸ਼ਾਨ ਖੜੇ ਹੋਏ ਨੇ ਕਿ ਆਖਿਰ ਅਗਰ ਇਸ ਤਰੀਕੇ ਦੇ ਨਾਲ ਚੋਣਾਂ ਦੇ ਉੱਪਰ, ਕਿਉਂਕਿ MC ਚੋਣਾਂ ਹੈ, ਇਸ ਤੋਂ ਬਾਅਦ ਹੁਣ ਆਉਣ ਵਾਲੇ ਸਮੇਂ 'ਚ MLA ਚੋਣਾਂ ਵੀ ਆਉਣੀਆਂ, ਤਾਂ ਬਹੁਤ ਜ਼ਿਆਦਾ ਜਿਹੜੀ ਇੱਕ ਧੱਕਾਸ਼ਾਹੀ ਆਉਣ ਵਾਲੇ ਸਮੇਂ ਵਿੱਚ ਵੀ ਦਿਖ ਸਕਦੀ ਹੈ ਕਿ ਕਾਂਗਰਸ ਨੂੰ ਇਸ ਚੀਜ਼ ਨੂੰ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਗਰ ਧੱਕਾਸ਼ਾਹੀ ਕਰਨਗੇ ਤਾਂ ਵੋਟ ਪਾ ਜਾਣਗੇ। ਲੇਕਿਨ ਇਹ ਸਮਝਣਾ ਜ਼ਰੂਰੀ ਹੈ ਕਿ ਲੋਕੀ ਹੁਣ ਸਮਝਦਾਰ ਹੋ ਚੁੱਕੇ ਹੈ, ਲੋਕਾਂ ਨੂੰ ਸਮਝ ਹੈ ਕਿ ਕੌਣ ਕੰਮ ਕਰਦਾ ਹੈ, ਕਿਹੜੀ ਪਾਰਟੀ ਜਿਹੜੀ ਕੰਮ ਕਰਨ ਦੀ ਤਾਂ ਉਸੇ ਨੂੰ ਹੀ ਵੋਟ ਦਿੱਤੀ ਜਾਂਦੀ ਹੈ। ਜਿੰਨੇ ਵੀ ਲੋਕੀ ਕੱਲ ਜਿਹੜੇ ਵੋਟ ਪਾਣ ਆ ਰਹੇ ਸੀ, ਅਗਰ ਜਿਨ੍ਹਾਂ ਤੋਂ ਵੀ ਸਵਾਲ ਖੜੇ ਕੀਤੇ ਗਏ ਸੀ, ਪੁੱਛਿਆ ਗਿਆ ਸੀ ਕਿ ਵੋਟ ਅਗਰ ਤੁਸੀਂ ਪਾ ਕੇ ਆਏ ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਅਸੀਂ ਵਿਕਾਸ ਨੂੰ ਵੋਟ ਪਾਈ ਹੈ, ਜਿਨ੍ਹਾਂ ਨੇ ਸਾਡੇ ਵਾਰਡ ਲਈ ਕੰਮ ਕਰਨਾ ਹੈ ਜਾਂ ਕੀਤਾ ਹੈ ਅਸੀਂ ਉਹਨਾਂ ਨੂੰ ਵੋਟ ਕਰਕੇ ਆਏ ਹਾਂ, ਅਸੀਂ ਧੱਕਾਸ਼ਾਹੀ ਵਿੱਚ ਨਹੀਂ ਆਉਂਦੇ। ਲੇਕਿਨ ਕਾਂਗਰਸ ਵੱਲੋਂ ਜ਼ਰੂਰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ।
ਆਵਾਜ਼ ਦੇ ਆਧਾਰ ਤੇ ਵੋਟ ਆਪਣੀ ਦਰਜ ਕਰਵਾਈ ਗਈ ਹੈ। ਹੁਣ ਈਵੀਐਮ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਕੈਦ ਹੋ ਚੁੱਕੀ ਹੈ ਤੇ 17 ਨੂੰ ਨਤੀਜੇ ਐਲਾਨੇ ਜਾਣਗੇ। ਇਸ ਵਿਚਕਾਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਸਟਰੋਂਗ ਰੂਮ ਦੇ ਬਾਹਰ। ਧੰਨਵਾਦ तमाम ਗੱਲਬਾਤ ਤੇ ਤਸਵੀਰਾਂ ਲਈ।